ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੇਸ਼ ਔਲਖ ਸ਼ਰਮਾ ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੀਆਂ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਸਿੱਧੂ ਮੂਸੇਵਾਲਾ ਦੇ ਭੋਗ ਤੇ ਸੀਐਮ ਭਗਵੰਤ ਮਾਨ ਨੇ ਭੇਜਿਆ ਸੋਗ ਸੁਨੇਹਾ, ਬੋਲੇ ਕਦੇ ਨਾ ਪੂਰਾ ਹੋਣ ਵਾਲਾ ਪਿਆ ਘਾਟਾ। ਮੋਹਾਲੀ ਵਿੱਚ ਇੱਕ ਵਿਅਕਤੀ ਨੇ ਖੁਦ ਨੂੰ ਮਾਰੀ ਗੋਲੀ, ਗੱਡੀ ਦੇ ਵਿੱਚੋਂ ਬਰਾਮਦ ਹੋਈ ਲਾਸ਼। ਅਤੇ ਕਾਂਗਰਸ ਨੂੰ ਲੱਗਿਆ ਇੱਕ ਹੋਰ ਵੱਡਾ ਝਟਕਾ, ਕਈ ਨੇਤਾ ਅਤੇ ਵਰਕਰਾਂ ਨੇ ਪਾਰਟੀ ਨੂੰ ਕਿਹਾ ਅਲਵਿਦਾ, ਬੀਜੇਪੀ ਦੇ ਵਿੱਚ ਹੋ ਸ਼ਾਮਿਲ। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਦੀ। ਤਾਂ ਹਮੇਸ਼ਾ ਦੇ ਲਈ ਯਾਦਾਂ ਬਣ ਕੇ ਰਹਿ ਗਿਆ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ, ਪਰ ਦੁਨੀਆ ਨੂੰ ਜਿੱਤ ਕੇ ਲੈ ਗਿਆ ਸਿੱਧੂ ਮੂਸੇਵਾਲਾ। ਸੀਐਮ ਭਗਵੰਤ ਮਾਨ ਨੇ ਵੀ ਉਹਨਾਂ ਦੀ ਅੰਤਿਮ ਅਰਦਾਸ ਦੇ ਮੌਕੇ ਤੇ ਆਪਣਾ ਸੋਗ ਸੁਨੇਹਾ ਭੇਜਿਆ ਤੇ ਇਸ ਦੌਰਾਨ ਉਹਨਾਂ ਨੇ ਆਪਣੇ ਸੁਨੇਹੇ ਦੇ ਵਿੱਚ ਕਿਹਾ ਹੈ ਕਿ ਇਹ ਸਾਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਿੱਧੂ ਮੂਸੇਵਾਲਾ ਦੇ ਨਾਂ ਨਾਲ ਪੂਰੀ ਦੁਨੀਆ ਵਿੱਚ ਮਸ਼ਹੂਰ ਹੋਏ ਸ਼ੁਭਦੀਪ ਸਿੰਘ ਸਿੱਧੂ ਦੀ ਅੰਤਿਮ ਅਰਦਾਸ ਮੌਕੇ ਸੀਐਮ ਮਾਨ ਨੇ ਵੀ ਸੋਗ ਪ੍ਰਗਟਾਇਆ ਤੇ ਉਸ ਦੇ ਮਾਪਿਆਂ ਨੂੰ ਸੋਗ ਸੁਨੇਹਾ ਭੇਜਿਆ। ਉਹਨਾਂ ਸਿੱਧੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਹੈ ਕਿ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਸ਼ੁਭਦੀਪ ਨੇ ਪਿੰਡ ਦੀ ਮਿੱਟੀ ਨੂੰ ਸਰਹੱਦਾਂ ਤੋਂ ਪਾਰ ਪਹੁੰਚਾਇਆ। ਮਾਤਾ ਪਿਤਾ ਦਾ ਪਰਛਾਵਾਂ ਬਣ ਕੇ ਰਹਿਣ ਦੀ ਜੀਵਨ ਜਾਂਚ ਨੇ ਸਭ ਨੂੰ ਟੁੰਬਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ ਕੌਮਾਂਤਰੀ ਪੱਧਰ ਤੇ ਫੇਮਸ ਹੋਣ ਦੇ ਬਾਵਜੂਦ ਵੀ ਪਿੰਡ ਵਿੱਚ ਰਹੇ। ਮੂਸੇਵਾਲਾ ਦੀ ਮੌਤ ਤੇ ਉਹਨਾਂ ਦੇ ਫੈਨਸ ਲਈ ਇਹ ਡੂੰਘਾ ਸਦਮਾ ਹੈ। ਮੈਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਹਾਂ। ਉਧਰ ਮੁਹਾਲੀ ਦੇ ਸੈਕਟਰ 67 ਦੇ ਵਿੱਚ ਇੱਕ ਵਿਅਕਤੀ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਉਸ ਦੀ ਖੁਦ ਦੀ ਗੱਡੀ ਦੇ ਵਿੱਚੋਂ ਹੀ ਬਰਾਮਦ ਕੀਤੀ ਗਈ ਹੈ। ਉਸ ਤੋਂ ਬਾਅਦ ਉਧਰ ਪੁਲਿਸ ਨੇ ਵੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਕ ਅੱਜ ਸਵੇਰੇ ਇੱਕ ਇਨਸੀਡੈਂਟ ਰਿਪੋਰਟ ਹੋਇਆ ਜਿਹਦੇ ਵਿੱਚ ਕਿ ਜਲਵਾਯੂ ਟਾਵਰ ਦੇ ਲਾਗੇ ਮਾਰਕੀਟ ਦੇ ਵਿੱਚੋਂ ਇੱਕ ਕਾਰ ਦੇ ਵਿੱਚੋਂ ਇੱਕ ਕਰਨਪਾਲ ਸ਼ਰਮਾ ਨਾਮ ਦੇ ਇੱਕ ਯੁਵਕ ਦੀ ਡੈੱਡ ਬੋਡੀ ਮਿਲੀ, ਜਿਹਦੇ ਵਿੱਚ ਕਿ ਇੱਕ ਗੋਲੀ ਜਿਹੜੀ ਹੈਗੀ ਆ ਉਹਦੇ ਸਿਰ ਦੇ ਵਿੱਚ ਲੱਗੀ ਹੋਈ ਸੀ। ਇਹ ਜਿੱਦਾਂ ਇਨਫੋਰਮੇਸ਼ਨ ਮਿਲੀ ਪੁਲਿਸ ਮੌਕੇ ਦੇ ਉੱਪਰ ਪਹੁੰਚੀ ਅਤੇ ਤਫਤੀਸ਼ ਆਰੰਭੀ ਗਈ ਤੇ ਉਸ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਵੀ ਕਰਨਪਾਲ ਸ਼ਰਮਾ ਜਿਹੜੇ ਹੈਗੇ ਨੇ ਉਹਨਾਂ ਦੇ ਹੱਥ ਦੇ ਵਿੱਚੋਂ ਇੱਕ ਪਿਸਟਲ ਮਿਲਿਆ ਹੈ ਤੇ ਜਿਹੜੀ ਗੋਲੀ ਉਹਨਾਂ ਦੇ ਸਿਰ ਦੇ ਵਿੱਚ ਲੱਗੀ ਹੈ ਉਹਦੇ ਵਿੱਚ ਉਹ ਪੁਆਇੰਟ ਬਲੈਂਕ ਫਾਇਰ ਹੈ, ਬਿਲਕੁਲ ਸਿਰ ਦੇ ਨਾਲ ਸਟਾ ਕੇ ਗੋਲੀ ਚੱਲੀ ਹੈ। ਅਤੇ ਜਿਹੜੀ ਫੋਰੈਂਸਿਕ ਟੀਮ ਨੇ ਮੌਕੇ ਦੇ ਉੱਪਰ ਪਹੁੰਚ ਕੇ ਜਿਹੜਾ ਗਨ ਸ਼ਾਟ ਰੈਜ਼ੀਡਿਊ ਚੈੱਕ ਕੀਤਾ ਤਾਂ ਉਹਦੇ ਵਿੱਚ ਉਹਨਾਂ ਦੇ ਆਪਣੇ ਹੱਥੋਂ ਗੋਲੀ ਚੱਲਣੀ ਪਾਈ ਗਈ ਹੈ। ਤੇ ਇਸ ਚੀਜ਼ ਦੇ ਉੱਪਰ ਹੋਰ ਡਿਟੇਲ ਦੇ ਵਿੱਚ ਇਨਵੈਸਟੀਗੇਸ਼ਨ ਹੁਣ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਇਹ ਕੇਸ ਸੁਸਾਈਡ ਦਾ ਜਾਪਦਾ ਹੈ ਤੇ FIR ਦਰਜ ਕਰਕੇ ਇਸ ਦੇ ਵਿੱਚ ਤਫਤੀਸ਼ ਡਿਟੇਲ ਵਿੱਚ ਕੀਤੀ ਜਾ ਰਹੀ ਹੈ ਵੀ ਇਹ ਇਨਸੀਡੈਂਟ ਕਿਵੇਂ ਹੋਇਆ ਹੈ ਅਤੇ ਹੋਰ ਵੀ ਜੇ ਕਿਸੇ ਦਾ ਕੋਈ ਰੋਲ ਸਾਹਮਣੇ ਆਉਂਦਾ ਤਾਂ ਉਸ ਵਿੱਚ ਤਫਤੀਸ਼ ਕਰਕੇ ਉਹਨੂੰ ਵੀ ਸਾਫ਼ ਕੀਤਾ ਜਾਊਗਾ। ਉਧਰ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ। ਕਈ ਵੱਡੇ ਨੇਤਾ ਤੇ ਵਰਕਰਸ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਤੇ ਅਲਵਿਦਾ ਕਹਿ ਕੇ ਉਹ ਸਿੱਧਾ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਗਏ, ਜਿਸ ਦੇ ਬਾਅਦ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਦੇ ਵਿੱਚ ਜੋ ਮੋਹਰੀ ਆਗੂ ਸੀ ਉਹਨਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਕਾਂਗਰਸ ਦੇ ਕਈ ਆਗੂ ਅਤੇ ਵਰਕਰ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਨੇ ਤੇ ਪੰਜਾਬ ਦੇ ਵਿੱਚ ਕਈ ਸਾਬਕਾ ਕੈਬਨਿਟ ਮੰਤਰੀ ਵੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਨੇ। ਇਸੇ ਲੜੀ ਦੇ ਤਹਿਤ ਕਾਂਗਰਸ ਨੂੰ ਇੱਕ ਵੱਡਾ ਝਟਕਾ ਚੰਡੀਗੜ੍ਹ ਦੇ ਵਿੱਚ ਵੀ ਲੱਗਿਆ ਹੈ, ਜਿੱਥੇ ਕਿ ਕਾਂਗਰਸ ਦੇ ਆਗੂ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ। ਜੀ ਹਾਂ, ਚੰਡੀਗੜ੍ਹ ਤੋਂ ਕਾਂਗਰਸ ਦਲ ਦੇ ਕੌਂਸਲਰ ਗੁਰਚਰਨਜੀਤ ਸਿੰਘ ਕਾਲਾ ਨੇ ਭਾਜਪਾ ਨੂੰ ਜੁਆਇਨ ਕਰ ਲਿਆ ਹੈ ਤੇ ਉਹਨਾਂ ਨੇ ਸੰਸਦ ਮੈਂਬਰ ਕਿਰਨ ਖੇਰ ਦੀ ਮੌਜੂਦਗੀ ਦੇ ਵਿੱਚ ਭਾਜਪਾ ਜੁਆਇਨ ਕਰ ਲਈ ਹੈ। ਕਾਂਗਰਸ के ਵਿੱਚ ਮੈਨੂੰ ਮੇਰਾ ਦਿਲ ਨਹੀਂ ਲੱਗ ਰਿਹਾ था। ਇੱਕ ਕੌਂਸਲਰ ਬਣ ਕੇ ਮੈਂ ਮੇਅਰ ਸਾਹਿਬ ਨੂੰ ਅਰਦਾਸ ਕਰੀ ਦੀ ਵੀ ਇੱਕ ਸਾਡੇ ਪਿੰਡ ਦਾ ਦੌਰਾ ਕੀਤਾ ਜਾਏ। ਉਹਨਾਂ ਨੇ ਮੇਰਾ ਖਿਆਲ 2-4 ਦਿਨ ਕੇ ਵਿੱਚੇ ਦੌਰਾ ਰੱਖਦਾ ਸੀ। ਉਹਦਾ ਸੀਵਰੇਜ ਦਾ ਬਹੁਤ ਬੁਰਾ ਹਾਲ ਤਾਂ ਪਿੰਡ ਹੱਲੋ ਮਾਜਰੇ ਦੇ ਵਿੱਚ। ਉਹਨਾਂ ਨੇ ਦੇਖਿਆ, ਘੁੰਮ ਗਏ, ਉਹ ਏਜੰਡਾ ਲੈ ਕੇ ਆਇਆ ਸੀ ਹਾਊਸ 'ਚ। ਤਾਂ ਬੜੇ ਸ਼ਰਮ ਦੀ ਗੱਲ ਹੈ, ਸਾਡੇ ਆਪਣੇ ਹੀ ਕਾਂਗਰਸੀਆਂ ਨੇ ਉਹ ਏਜੰਡਾ ਘੇਰਦੇ। ਉसी दिन ਤੇ ਮੈਂ ਤੈਅ ਕਰ ਲਿਆ ਤਾਂ ਵੀ ਮੈਂ ਕਾਂਗਰਸ ਛੱਡ ਕੇ ਬੀਜੇਪੀ ਕੇ ਵਜਾਊਂਗਾ, ਜਿਹੜੀ ਕੰਮ ਕੇ ਵਿੱਚ ਵਿਸ਼ਵਾਸ ਰੱਖਦੀ ਹੈ। ਔਰ ਮੈਂ ਉਮੀਦ ਕਰੂੰਗਾ ਬਗੈਰ ਸ਼ਰਤ, ਕੋਈ ਮੇਰੀ ਸ਼ਰਤ ਨਹੀਂ, ਬਗੈਰ ਸ਼ਰਤ ਮੈਂ ਬੀਜੇਪੀ ਕੇ ਵਿੱਚ ਐਂਟਰੀ ਕਰੀ ਹੈ। ਔਰ ਮੈਨੂੰ ਉਮੀਦ ਹੈ ਵੀ ਮੈਂ ਵਿਕਾਸ ਕੇ ਕੰਮ ਕਰਾਣੇ ਆ, ਹੋਰ ਮੈਨੂੰ ਕੋਈ ਇਹੋ ਜਿਹਾ ਕੰਮ ਨਹੀਂ ਕਰਾਉਣਾ ਵੀ ਵਿਕਾਸ ਕੇ ਵਿੱਚ ਬੀਜੇਪੀ ਪੂਰੀ ਸਮੁੱਚੀ ਟੀਮ ਮੇਰਾ ਸਾਥ ਦੇਊ।
ਇਸ ਮੌਕੇ ਭਾਜਪਾ ਦੇ ਚੰਡੀਗੜ੍ਹ ਦੇ ਪ੍ਰਧਾਨ ਅਰੁਣ ਸੂਦ ਨੇ ਵੀ ਕਿਹਾ ਕਿ ਉਹ ਕੌਂਸਲਰ ਗੁਰਚਰਨਜੀਤ ਸਿੰਘ ਕਾਲਾ ਦੀ ਘਰ ਵਾਪਸੀ ਦਾ ਸਵਾਗਤ ਕਰਦੇ ਨੇ, ਕਿਉਂਕਿ ਉਹ ਇਸ ਤੋਂ ਪਹਿਲਾਂ ਭਾਜਪਾ ਵਿੱਚ ਸੀ, ਲੇਕਿਨ ਕੁਝ ਸਮੇਂ ਦੇ ਲਈ ਉਹ ਕਾਂਗਰਸ ਵਿੱਚ ਚਲੇ ਗਏ ਸੀ। ਉਹਨਾਂ ਕਿਹਾ ਹੈ ਕਿ ਉਹਨਾਂ ਦੇ ਵਾਰਡ ਦੇ ਵਿੱਚ ਜੋ ਵੀ ਵਿਕਾਸ ਦੇ ਕੰਮ ਉਹਨਾਂ ਦੇ ਹੀ ਕੌਂਸਲਰਾਂ ਵੱਲੋਂ ਰੋਕੇ ਗਏ ਸੀ, ਇਸ ਤੋਂ ਦੁਖੀ ਹੋ ਕੇ ਉਹ ਭਾਜਪਾ ਵਿੱਚ ਆਏ ਨੇ। ਚਰਨਜੀਤ ਸਿੰਘ ਕਾਲਾ ਜੀ, ਤੁਸੀਂ ਸਾਰੇ ਪਰਿਚਿਤ ਹੋ ਇਹਨਾਂ ਦੇ ਨਾਲ। ਇਹ ਅੱਜ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਜਿਸ ਪ੍ਰਕਾਰ ਨਾਲ ਜੋ ਵਿਕਾਸ ਯਾਤਰਾ ਪੂਰੇ ਦੇਸ਼ ਭਰ ਦੇ ਵਿੱਚ ਚੱਲ ਰਹੀ ਹੈ, ਉਹ ਸਾਰੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਔਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਵਿਚਾਰਧਾਰਾ ਹੈ, ਆਈਡੀਓਲੋਜੀ ਹੈ, ਉਹਦੇ ਤੋਂ ਪ੍ਰਭਾਵਿਤ ਹੋ ਕੇ ਅੱਜ ਇਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਘਰ ਵਾਪਸੀ ਕਰ ਰਹੇ ਨੇ। ਮੈਂ ਘਰ ਵਾਪਸੀ ਇਸ ਕਰਕੇ ਕਹਿ ਰਿਹਾ ਕਿ ਕੁਝ ਵਕਤ ਲਈ ਕਾਂਗਰਸ ਦੇ ਵਿੱਚ ਚਲੇ ਗਏ ਸੀਗੇ। 2006 ਔਰ 2008 ਦੇ ਵਿੱਚ 2 ਵਾਰੀ ਇਹ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚਾ ਦੇ ਸਟੇਟ ਦੇ ਜਨਰਲ ਸੈਕਟਰੀ ਰਹੇ ਨੇ। ਇਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਇੱਕ ਪੁਰਾਣੇ ਕਾਰਜਕਰਤਾ ਨੇ ਔਰ ਅਸੀਂ ਲਗਾਤਾਰ ਇਹਨਾਂ ਦਾ ਮਾਨ ਸਨਮਾਨ ਵੀ ਕਰਦੇ ਰਹੇ ਔਰ ਮੈਨੂੰ ਇਹ ਕਹਿੰਦੇ ਆ ਕਿ ਇਹਨਾਂ ਦੇ ਨਾਲ ਇੱਕ ਜੁੜਾਵ ਬਹੁਤ ਦੇਰ ਤੋਂ ਸੀ। ਔਰ ਮੇਅਰ ਸਾਹਿਬਾ ਨੇ ਵੀ ਜਦੋਂ ਕਿਸੇ ਵਾਰਡ ਦਾ ਫਸਟ ਵਿਜ਼ਿਟ ਕੀਤਾ, ਉਸ ਵਕਤ ਵੀ 20 ਨੰਬਰ ਵਾਰਡ ਦੇ ਵਿੱਚ ਕਾਲਾ ਜੀ ਦੇ ਕਹਿਣ ਦੇ ਉੱਤੇ ਉਹਨਾਂ ਨੇ ਸਾਰੇ ਅਧਿਕਾਰੀਆਂ ਨੂੰ ਲੈ ਕੇ ਇੱਕ ਗਲੀ ਕੂਚੇ ਦੇ ਵਿੱਚ ਦੌਰਾ ਕੀਤਾ ਔਰ ਜਿੰਨੇ ਵੀ ਐਸਟੀਮੇਟ ਸੀ ਉਹ ਬਣਵਾਏ। ਇਸ ਮੌਕੇ ਸੰਸਦ ਮੈਂਬਰ ਕਿਰਨ ਖੇਰ ਨੇ ਵੀ ਕੌਂਸਲਰ ਗੁਰਚਰਨਜੀਤ ਸਿੰਘ ਕਾਲਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੇ ਸਵਾਗਤ ਕਰਦਿਆਂ ਕਿਹਾ ਕਿ ਸਿਰਫ ਭਾਰਤੀ ਜਨਤਾ ਪਾਰਟੀ ਹੀ ਵਿਕਾਸ ਦੇ ਕੰਮ ਕਰਵਾਉਣ ਦਾ ਮਾਦਾ ਰੱਖਦੀ ਹੈ ਤੇ ਕਿਸੇ ਵਾਰਡ ਦੇ ਵਿੱਚ ਕੋਈ ਵੀ ਜੇਕਰ ਕੰਮ ਹੋਵੇ ਤਾਂ ਉਹ ਭਾਜਪਾ ਨੂੰ ਦੱਸੇ। मैं बधाई देना चाहती हूँ इनको कि ये हमारे साथ जुड़े हैं और वाकई अगर आपको कोई काम करवाने हो किसी को भी तो बीजेपी ही आपके काम करवा सकती है और कोई किसी को इंटरेस्ट ही नहीं है काम करवाने में, तो क्या काम करवाएंगे। और आप कह रहे हो कि इनका मन मायूस हो गया, मैं एग्री करती हूँ, इनका मन मायूस हो गया। वहाँ पर जितने उधर अंदर बैठे हैं उनका भी मन मायूस ही हुआ है, वो वहाँ कोई बैठना नहीं चाहता क्योंकि काम तो कोई हो नहीं रहे, कुछ हो तो रहा नहीं, पता नहीं क्या कर रहे हैं और बाकी लोग तो तोड़ फोड़ में लगे। तो मेरे ख्याल से अगर जिसने भी अपने वार्ड के काम करवाने हैं या कोई भी काम करवाने, भले आप पार्टी में हैं भले आप नहीं हैं, आप कृपा करके हमें बताइए क्योंकि हम यहाँ आपके काम करवाने के लिए बैठे हैं। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਉਧਰ ਕਸ਼ਮੀਰੀ ਪੰਡਿਤਾਂ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਹਨਾਂ ਨੂੰ ਲੈ ਕੇ ਕਈ ਸਾਰੀਆਂ ਗੱਲਾਂ ਵੀ ਕਹੀਆਂ ਗਈਆਂ। ਪੇਸ਼ ਹੈ ਇਸ ਦੀ ਰਿਪੋਰਟ। ਕਸ਼ਮੀਰ ਦੇ ਵਿੱਚ ਇੱਕ ਵਾਰੀ ਮੁੜ ਤੋਂ ਦਹਿਸ਼ਤ ਦਾ ਮਾਹੌਲ ਬਣ ਰਿਹਾ ਹੈ ਤੇ ਲਗਾਤਾਰ ਹੱਤਿਆ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤੋਂ ਬਾਅਦ ਲਗਾਤਾਰ ਹੁਣ ਕਸ਼ਮੀਰ ਤੋਂ ਹਿੰਦੂ ਭਾਈਚਾਰੇ ਦੇ ਲੋਕ ਕਸ਼ਮੀਰ ਛੱਡ ਕੇ ਮੁਲਕ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਸ਼ਰਨ ਲੈ ਰਹੇ ਹਨ ਤੇ ਚੰਡੀਗੜ੍ਹ ਦੇ ਵਿੱਚ ਵੀ ਵੱਡੀ ਸੰਖਿਆ ਦੇ ਵਿੱਚ ਕਸ਼ਮੀਰੀ ਪਰਿਵਾਰ ਮਾਈਗ੍ਰੇਟ ਹੋਏ ਹਨ। ਲਾਇਰਸ ਫॉर ਹਿਊਮਨ ਰਾਈਟਸ ਇੰਟਰਨੈਸ਼ਨਲ ਦਾ ਕਹਿਣਾ ਹੈ ਕਿ 19 ਕਸ਼ਮੀਰ ਮਾਈਗ੍ਰੇਟਸ ਪਰਿਵਾਰ ਹਨ, ਜਿਨ੍ਹਾਂ ਵਿੱਚੋਂ ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਅਜੇ ਤੱਕ ਫਲੈਟ ਵੀ ਨਹੀਂ ਦਿਵਾਇਆ ਗਿਆ। ਹਾਲਾਂਕਿ ਚੰਡੀਗੜ੍ਹ ਹਾਊਸਿੰਗ ਬੋਰਡ ਨੇ ਕਿਹਾ ਹੈ ਕਿ ਉਹਨਾਂ ਕੋਲ ਅਜਿਹੇ 48 ਪਰਿਵਾਰਾਂ ਦੀ ਸੂਚੀ ਹੈ, ਜਿਸ ਦੇ ਵਿੱਚੋਂ 19 ਪਰਿਵਾਰ ਕਸ਼ਮੀਰ ਵਿੱਚੋਂ ਸੰਬੰਧ ਰੱਖਦੇ ਹਨ। ਘਰ ਅਲਾਟ ਕਰਨਾ ਸੀਗਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ। ਇਹਨਾਂ ਵਰਗੇ 19 ਪਰਿਵਾਰ ਹੋਰ ਨੇ ਜਿਨ੍ਹਾਂ ਦੀ ਸ਼ਾਰਟ ਲਿਸਟਿੰਗ ਕੀਤੀ ਗਈ। ਉਹਨਾਂ ਸ਼ਾਰਟ ਲਿਸਟਿੰਗ ਤੋਂ ਬਾਅਦ ਉਹ ਲੋਕਾਂ ਨੇ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ 'ਚ ਵੀ ਕੇਸ ਫਾਈਲ ਕੀਤਾ। ਉੱਥੇ ਕੇਸ ਫਾਈਲ ਕਰਨ 'ਤੇ ਚੰਡੀਗੜ੍ਹ ਹਾਊਸਿੰਗ ਬੋਰਡ ਨੇ ਜਵਾਬ ਦਿੱਤਾ ਵੀ ਇਹਨਾਂ 19 ਬੰਦਿਆਂ ਨੂੰ ਅਸੀਂ ਸ਼ਾਰਟ ਲਿਸਟ ਕੀਤਾ ਹੈ ਜਿਨ੍ਹਾਂ ਨੂੰ ਅਸੀਂ ਮਕਾਨ ਦੇਣੇ ਨੇ। ਉਹਦੇ ਬਾਵਜੂਦ ਵੀ ਉਹਨਾਂ ਨੂੰ ਮਕਾਨ ਨਹੀਂ ਦਿੱਤੇ ਗਏ। ਉਹਨੇ ਜਿਹੜਾ ਮਕਾਨ ਦੇਣ ਦੀ ਗੱਲ ਹੈ, ਇਹ ਮੈਂ ਫਿਰ ਕਲੈਰੀਫਾਈ ਕਰਾਂਗਾ ਕਿ ਇਹ ਮਕਾਨ ਮੁਫਤ ਨਹੀਂ ਦਿੱਤੇ ਗਏ। ਇਹ ਸਿਰਫ ਇਹ ਕੀਤਾ ਗਿਆ ਵੀ ਹਾਊਸਿੰਗ ਬੋਰਡ ਮਕਾਨ ਬਣਾਉਂਦਾ ਹੈ ਤੇ ਉਹਨਾਂ ਹਾਊਸਿੰਗ ਬੋਰਡ ਦੇ ਮਕਾਨਾਂ ਵਿੱਚੋਂ ਮਾਰਕੀਟ ਰੇਟ ਦੇ ਉੱਤੇ ਇਹਨਾਂ ਨੂੰ ਪ੍ਰਾਇਓਰਟੀ ਬੇਸਿਸ 'ਤੇ ਬਿਨਾਂ ਕਿਸੇ ਲੋਟਰੀ ਦੇ ਇਹਨਾਂ ਨੂੰ ਰਿਜ਼ਰਵ ਕਰਕੇ ਦੇ ਦਿੱਤਾ ਜਾਂਦਾ ਹੈ। ਸੋ ਐਡਮਿਨਿਸਟ੍ਰੇਸ਼ਨ ਨੇ ਇੰਨਾ ਵੀ ਨਹੀਂ ਕੀਤਾ ਕਿ ਇਹਨਾਂ ਨੂੰ ਜਿਹੜਾ ਹੈਗਾ ਉਹ ਪ੍ਰਾਇਓਰਟੀ ਬੇਸਿਸ 'ਤੇ ਉਹ ਘਰ ਦਿੱਤੇ ਜਾਣ। 19 ਪਰਿਵਾਰ ਰਹਿੰਦੇ ਨੇ ਜਿਹੜੇ ਕਿ ਅਦਾਲਤਾਂ ਦੇ ਵਿੱਚ ਧੱਕੇ ਖਾ ਰਹੇ ਨੇ।
ਹੁਣ ਇਹ ਜਿਹੜੀ ਪਟੀਸ਼ਨ ਸਾਡੇ ਕੋਲ ਪੈਂਡਿੰਗ ਪਈ ਹੈ 2017 ਦੀ ਹੈਗੀ ਹੈ। ਚੰਡੀਗੜ੍ਹ ਹਾਊਸਿੰਗ ਬੋਰਡ ਕਹਿੰਦਾ ਜੀ ਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਸਾਨੂੰ ਜਗ੍ਹਾ ਅਲਾਟ ਕਰੇ, ਸਾਨੂੰ ਹੁਕਮ ਦੇਵੇ, ਅਸੀਂ ਬਣਾ ਦਿੰਦੇ ਹਾਂ। ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਕਹਿੰਦਾ ਹੈ ਕਿ ਅਸੀਂ ਹਾਊਸਿੰਗ ਬੋਰਡ ਨੂੰ ਕਹਿ ਦਿੱਤਾ ਹੈ। ਸੋ ਇੱਕ ਦੂਸਰੇ ਉੱਤੇ ਉਹ ਜਿਹੜਾ ਹੈਗਾ ਉਹ ਸ਼ਿਫਟ ਕਰ ਰਹੇ ਨੇ ਬਰਡਨ। ਲੇਕਿਨ ਗੱਲ ਉੱਥੇ ਦੀ ਉੱਥੇ ਹੈ ਕਿ ਜਿਹੜੀ ਕਸ਼ਮੀਰੀ ਮਾਈਗ੍ਰੈਂਟਸ ਦੀ ਤਰਾਸਦੀ ਹੈ ਉਹਦਾ ਕੋਈ ਹੱਲ ਨਹੀਂ ਮਿਲ ਸਕਿਆ। ਤੇ ਹੁਣ ਜਿਹੜੇ ਲੇਟੈਸਟ ਮਾਈਗ੍ਰੈਂਟ ਆਉਣਗੇ, ਜਿਹੜੇ ਉੱਥੋਂ ਡਟ ਕੇ ਭੱਜ ਰਹੇ ਨੇ ਆਪਣੀ ਗੱਡੀਆਂ ਦੇ ਵਿੱਚ, ਆਪਣੇ ਫਲਾਈਟਸ ਲੈ ਕੇ ਆ ਰਹੇ ਨੇ, ਜੋ ਆਪਾਂ ਅਖਬਾਰਾਂ 'ਚ ਪੜ੍ਹਿਆ, ਉਹਨਾਂ ਦਾ ਕੀ ਹਾਲ ਹੋਏਗਾ, ਕੀ ਆਮਦਨ ਦਾ ਉਹਦਾ ਕੋਈ ਜ਼ਰੀਆ ਹੋਏਗਾ। ਸੋ ਕੋਈ ਨਾ ਕੋਈ ਪਾਲਿਸੀ ਸੈਂਟਰਲ ਗੌਰਮੈਂਟ ਨੂੰ ਬਣਾਉਣੀ ਚਾਹੀਦੀ ਹੈ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਵੀ ਬਣਾਉਣੀ ਚਾਹੀਦੀ ਹੈ ਕਿ ਇਹਨਾਂ ਲੋਕਾਂ ਨੂੰ ਕਿਵੇਂ ਮੁੜ ਸੇਵਾ ਕੀਤਾ ਜਾ ਸਕੇ, ਕਿਵੇਂ ਇਹਨਾਂ ਨੂੰ ਜਿਹੜੀਆਂ ਰਿਕੁਆਇਰਡ ਜੌਬਸ ਮਿਲ ਸਕਣ। ਅਤੇ ਇੱਕ ਹਿਊਮਨ ਪ੍ਰੋਬਲਮ ਹੈਗੀ ਹੈ ਜਿਹਨੂੰ ਹਾਲੇ ਤੱਕ ਨੈਸ਼ਨਲ ਲੈਵਲ 'ਤੇ ਚੰਗੀ ਤਰ੍ਹਾਂ ਐਡਰੈਸ ਨਹੀਂ ਕੀਤਾ ਗਿਆ। ਐਡਰੈਸ ਤਾਂ ਕੀਤਾ ਗਿਆ, ਆਪਾਂ ਇਹ ਨਾ ਕਹੀਏ ਵੀ ਨਹੀਂ ਕੁਛ ਕੀਤਾ ਗਿਆ। ਸੋ ਜਿੱਥੇ ਜਿੱਥੇ ਕੋਈ ਕਮੀਆਂ ਨੇ ਅੱਜ ਉਹਨਾਂ ਨੂੰ ਹਾਈਲਾਈਟ ਕਰਨ ਲਈ ਅਸੀਂ ਸੋਚਿਆ ਵੀ ਹਿਊਮਨ ਰਾਈਟਸ ਜਥੇਬੰਦੀ ਅਸੀਂ ਹੈਗੇ ਹਾਂ ਅਤੇ ਸਾਡਾ ਫਰਜ਼ ਬਣਦਾ ਹੈ ਕਿ ਕਸ਼ਮੀਰੀ ਮਾਈਗ੍ਰੈਂਟਸ ਦੀਆਂ ਪ੍ਰੋਬਲਮ ਨੂੰ ਅਸੀਂ ਹਾਈਲਾਈਟ ਕਰੀਏ। ਉਹਦੇ ਕਰਕੇ ਅਸੀਂ ਅੱਜ ਕੋਸ਼ਿਸ਼ ਕੀਤਾ ਸੀਗਾ ਵੀ ਉਹਨਾਂ ਪਰਿਵਾਰਾਂ ਨੂੰ ਵੀ ਪੇਸ਼ ਕਰੀਏ, ਉਹਨਾਂ 'ਤੇ ਕੀ ਵਾਪਰੀ, ਉਹਨਾਂ ਦੀ ਕੀ ਤਰਾਸਦੀ ਹੈ, ਬਟ ਉਹ ਅਸੀਂ ਤੁਹਾਡੇ ਅੱਗੇ ਨਹੀਂ ਪੇਸ਼ ਕਰ ਸਕੇ। ਲੇਕਿਨ ਡਾਕੂਮੈਂਟਰੀ ਐਵੀਡੈਂਸ ਸਾਡੇ ਕੋਲ ਹੈ ਵੀ ਸਰਕਾਰ ਨੇ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਰਹਿ ਰਹੇ ਕਸ਼ਮੀਰੀ ਮਾਈਗ੍ਰੇਟਡ ਪਰਿਵਾਰਾਂ ਦੇ ਪੱਖ ਦੇ ਵਿੱਚ ਹੁਣ ਲਾਇਰਸ ਫॉर ਹਿਊਮਨ ਰਾਈਟਸ ਇੰਟਰਨੈਸ਼ਨਲ ਵੱਲੋਂ ਮੰਗ ਚੱਕੀ ਗਈ ਹੈ ਤੇ ਵੇਖਣ ਵਾਲੀ ਗੱਲ ਹੋਏਗੀ ਕਿ ਸੰਬੰਧਿਤ ਪ੍ਰਸ਼ਾਸਨ ਹੁਣ ਇਸ ਸੰਬੰਧ ਦੇ ਵਿੱਚ ਕੀ ਕਦਮ ਚੱਕਦਾ ਹੈ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਗਰਮੀ ਦਿਨ ਬ ਦਿਨ ਵੱਧਦੀ ਹੀ ਜਾ ਰਹੀ ਹੈ। ਪਾਰਾ 45 ਡਿਗਰੀ ਦੇ ਨੇੜੇ ਪਹੁੰਚਦਾ ਜਾ ਰਿਹਾ ਹੈ। ਲੋਕਾਂ ਦੇ ਪਸੀਨੇ ਛੁੱਟਦੇ ਜਾ ਰਹੇ ਨੇ। ਸ਼ਹਿਰ ਲਗਾਤਾਰ ਦੂਜੇ ਦਿਨ ਓਵਰਆਲ ਟੈਂਪਰੇਚਰ 45 ਡਿਗਰੀ ਦੇ ਵਿਚਕਾਰ ਰਿਹਾ। ਸੋਮਵਾਰ ਦੁਪਹਿਰ 2 ਵਜੇ 44 ਡਿਗਰੀ ਟੈਂਪਰੇਚਰ ਪਹੁੰਚ ਗਿਆ ਸੀ, ਪਰ ਮੰਗਲਵਾਰ ਨੂੰ ਇਹ 1 ਵਜੇ ਤੱਕ ਲੈਵਲ ਤੇ ਪਹੁੰਚਿਆ। ਸਾਰਾ ਦਿਨ ਹੀਟ ਵੇਵ ਰਹੀ, ਜਿਸ ਨਾਲ ਲੋਕ ਘਰਾਂ ਵਿੱਚ ਦਬ ਕੇ ਰਹਿ ਕੇ ਬਾਜ਼ਾਰਾਂ ਵਿੱਚ ਵੀ ਦੁਪਹਿਰ ਨੂੰ ਸੁੰਨਾਪਨ ਨਜ਼ਰ ਆਇਆ। ਸਭ ਤੋਂ ਵੱਧ ਤਪਿਸ਼ ਮਹਿਸੂਸ ਹੋਣ ਦੇ 3 ਕਾਰਨ ਹਨ। ਪਹਿਲਾ, ਸਵੇਰੇ 8 ਵਜੇ ਤੋਂ ਹੀ खूब तपिश हो रही है। दूसरा, टैंपरेचर विच इजाफा तेजी नाल हो रहा है। तीजी गल यह है कि सवेरे 6 वजे तक तिखी धुप के असर नाल गर्म हवावां दे थपेड़े सहने पैंदे ने। पिछले साल 13 जून नूं मॉनसून ने आके एंट्री कर ली सी, पर इस वार अजिहा नहीं होया। मौसम विभाग ने कहा है कि 29 जून तक हीट वेव्स ही चलणगीआं। मौसम ओवरऑल ड्राई रहेगा। ਹੁਣ ਤਾਂ ਦੱਸ ਦਿੰਦੇ ਕਿ ਅੱਜ ਦਾ ਤਾਪਮਾਨ ਕਿਸ ਤਰ੍ਹਾਂ ਦਾ ਰਿਹਾ। ਤਾਂ ਅੱਜ ਵੱਧ ਤੋਂ ਵੱਧ ਤਾਪਮਾਨ 43.9 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 29.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤਾਂ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ। ਫਿਰ ਹੋਵੇਗੀ ਮੁਲਾਕਾਤ। ਸਤਿ ਸ਼੍ਰੀ ਅਕਾਲ।